सत श्री अकाल दोस्तों, तुसी देख रहे हो BBC पंजाब ते मैं दलजीत अजनूहा। दोस्तों, साडी अक्सर कोशिश होंदी है जदों कोई व्यक्ति जनहित की गल करता है, लोगों की गल करता है, आवाम की गल करता हो, जां कोई व्यक्ति जिसने अपना जिहड़ा मन्निया टारगेट पूरा किया हो, तो असीं उन्हां नूं इस मंच ते लिया के उन्हां दे नाल गल करते हैं ते उन्हां दा जिहड़ा सफ़र आ, संघर्ष आ ते उन्हां दे अचीवमेंट जिहड़ा उन्हां दा टारगेट की सीगा, कदों उन्हां ने अचीव किया, इस बारे असीं गल करते हैं। इसे लड़ी के तहत अज असीं पहुंचे हैं हुशियारपुर विखे गौतम नगर, जिथे एडवोकेट अमित कोहली जी जे प्रमोट एडिशन सैशन जज जिहड़े बने हैं ते जिन्हां ने इस सफ़र तय किया है। असीं उन्हां दे नाल परिवारक तो शुरू करके टिल टाइम तक उन्हां दा संघर्ष, उन्हां दी एजुकेशन, विद्या, लॉ कदों किया, ये सारे सवालात दे संबंधी इन्हां दे नाल गलबात करांगे ते अपने दर्शकों के सन्मुख करांगे। सर, तुहाडा स्वागत है जी BBC पंजाब। बहुत बहुत धन्यवाद जी तुहाडा। सर, तुहानूं पहिलां ते BBC दी टीम नूं बहुत बहुत मुबारकां जी। थैंक यू। ते सर, तुसीं एडिशनल सैशन जज चुने गए हो ते तुहाडा जिहड़ा ये सफ़र आ, तुहाडी एजुकेशन आ, शुरू तो लैके जिहड़ा टिल टाइम तक, वो साडे दर्शकों के नाल जरूर साझा। हाँ जी, बिल्कुल ठीक है जी। क्योंकि स्टार्ट ਦੇ ਵਿੱਚ ਇਦਾਂ ਸੀਗਾ ਕਿ ਮੈਂ ਮਾਊਂਟ ਕਾਰਮਲ ਸਕੂਲ ਤੋਂ ਮੇਰੀ ਜਿਹੜੀ ਹੈ ਐਜੂਕੇਸ਼ਨ, ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਮੇਰੀ ਉੱਥੋਂ ਹੋਈ ਜੀ। ਉਸ ਤੋਂ ਬਾਅਦ ਫਰਦਰ ਜੀ ਮੈਂ 10th ਐਗਜ਼ਾਮੀਨੇਸ਼ਨ ਆਪਣਾ DAV ਸਕੂਲ ਤੋਂ ਦਿੱਤਾ। +1 +2 ਜਿਹੜੀ ਹੈ ਮੇਰੀ ਔਰ ਨਾਨ ਮੈਡੀਕਲ 'ਚ ਮੈਂ ਕੀਤੀ ਹੈ ਉਹ DAV ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ। ਉਸ ਤੋਂ ਬਾਅਦ ਮੈਂ ਫਿਰ ਆਪਣੀ ਜਿਹੜੀ ਗ੍ਰੈਜੂਏਸ਼ਨ ਕੀਤੀ ਹੈ ਉਹ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ। ਸਬਸੀਕੁਐਂਟਲੀ 2003 ਦੇ ਵਿੱਚ ਫਿਰ ਮੈਂ ਲਾਅ ਪਾਸ ਆਊਟ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ। ਉਸ ਤੋਂ ਬਾਅਦ ਜੀ ਮੇਰਾ ਲਾਅ ਪਾਸ ਕਰਨ ਤੋਂ ਬਾਅਦ ਹੀ ਮੇਰਾ ਇੱਕ ਵਿਚਾਰ ਸੀ ਔਰ ਮੇਰਾ ਇੱਕੋ ਹੀ ਧਿਆਨ ਸੀ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ ਜੀ। ਉਹਦੇ ਲਈ ਫਿਰ ਮੈਂ ਨਿਰੰਤਰ ਆਪਣੀ ਕੋਸ਼ਿਸ਼ ਕਰਦਾ ਰਿਹਾ, ਨਿਰੰਤਰ ਮੈਂ ਟਰਾਈ ਕਰਦਾ ਰਿਹਾ। ਮੈਨੂੰ ਪਹਿਲੀ ਵਾਰੀ ਜਿਹੜੀ ਸਫਲਤਾ ਹੈ ਸਨ 2012 ਦੇ ਵਿੱਚ ਮਿਲੀ। ਤਦ ਮੈਂ ਜੁਡੀਸ਼ੀਅਲ ਮੈਜਿਸਟ੍ਰੇਟ ਪੰਜਾਬ ਦੇ ਐਗਜ਼ਾਮੀਨੇਸ਼ਨਸ ਕਲੀਅਰ ਕੀਤੇ ਔਰ ਐਗਜ਼ਾਮੀਨੇਸ਼ਨ ਕਲੀਅਰ ਕਰਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੇਰੀ ਇੰਟਰਵਿਊ ਲਈ। ਉਸ ਸਮੇਂ ਐਗਰੀਗੇਟ ਨਾ ਹੋਣ ਕਰਕੇ ਮੈਂ ਉਹਨੂੰ ਪੂਰੀ ਤਰ੍ਹਾਂ ਨਾਲ ਕੁਆਲੀਫਾਈ ਨਹੀਂ ਕਰ ਪਾਇਆ, ਪਰ ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਸੀ, ਅੰਬੀਸ਼ਨ ਸੀ, ਮੇਰਾ ਸੀ, ਮੇਰੇ ਪਿਤਾ ਜੀ, ਮਾਤਾ ਜੀ, ਪਰਿਵਾਰ ਦਾ ਇੱਕੋ ਹੀ ਅੰਬੀਸ਼ਨ ਸੀ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ। ਫਿਰ ਵੀ ਮੈਂ ਆਪਣੀ ਤਿਆਰੀ ਨਹੀਂ ਛੱਡੀ ਔਰ ਮੇਰੀ ਪ੍ਰੈਕਟਿਸ ਵੀ ਮੈਂ ਨਾਲ ਕਰਦਾ ਰਿਹਾ ਔਰ ਮੈਂ ਫਿਰ ਜੁਡੀਸ਼ੀਅਲ ਆਫੀਸਰ ਦੀ ਤਿਆਰੀ ਵੀ ਕਰਦਾ ਰਿਹਾ ਜੀ। ਔਰ ਤਿਆਰੀ ਕਰਨਾ ਦੇ ਲਈ ਇੱਕ ਇੰਪੋਰਟੈਂਸ ਗੱਲ ਇਹ ਵੀ ਹੁੰਦੀ ਹੈ ਕਿ ਤੁਹਾਨੂੰ ਤੁਹਾਡੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਚਾਹੀਦਾ ਹੈ। ਮੇਰੇ ਮਾਤਾ ਜੀ, ਪਿਤਾ ਜੀ, ਮੇਰੀ ਵਾਈਫ, ਸਿਸਟਰ, ਮੇਰੇ ਜੀਜਾ ਜੀ ਹੈ ਔਰ ਮੇਰੇ ਸਾਰੇ ਜਿਹੜੇ ਵੈਲ ਵਿਸ਼ਰਸ ਹੈ, ਉਹਨਾਂ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਔਰ ਇਹਨਾਂ ਸਾਰਿਆਂ ਦੀ ਸਪੋਰਟ ਕਰਕੇ ਔਰ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਸਨ 2022 ਦੇ ਵਿੱਚ ਮੇਰੀ ਹਾਇਰ ਜੁਡੀਸ਼ੀਅਲ ਸਰਵਿਸ ਦੇ ਵਿੱਚ ਐਜ਼ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੇਰੀ ਸਿਲੈਕਸ਼ਨ ਹੋਈ ਹੈ। ਸਭ ਤੁਸੀਂ ਗੱਲ ਕੀਤੀ ਆਪਣੇ ਪਰਿਵਾਰ ਦੀ, ਆਪਣੀ ਪੜ੍ਹਾਈ ਦੀ ਤੇ ਉਦੋਂ ਬਾਅਦ ਲਾਅ ਦੀ। ਤੁਸੀਂ ਲਾਅ ਦੇ ਦੌਰਾਨ ਕਿੰਨੀ ਪ੍ਰੈਕਟਿਸ ਕਦੋਂ ਕੀਤੀ, ਸ਼ੁਰੂ ਕਦੋਂ ਕੀਤੀ ਤੇ ਲਾਸਟ ਵਿੱਚ ਕੀਤੀ, ਜਿਹਦੇ ਦੌਰਾਨ ਤੁਸੀਂ ਪੇਪਰ 'ਚ ਐਗਜ਼ਾਮ ਦਿੱਤੇ ਆ ਤੇ ਜਿਹੜੇ ਸਾਡੇ ਦਰਸ਼ਕ ਆ ਉਹ ਵੀ ਇਸ ਚੀਜ਼ ਤੋਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਿੱਖ ਸਕਣ, ਤੁਸੀਂ ਉਹਨਾਂ ਬਾਰੇ ਤੇ ਤੁਸੀਂ ਆਪਣੀ ਲਾਅ ਦੀ ਪ੍ਰੈਕਟਿਸ ਕਿੰਨੀ ਦੇਰ ਜਿਹੜੀ ਕੀਤੀ? ਠੀਕ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਤੁਹਾਡਾ। ਔਰ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਐਸਪੈਰੈਂਟਸ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਜੁਡੀਸ਼ੀਅਲ ਆਫੀਸਰ ਲੱਗਣਾ, ਉਹਨਾਂ ਲਈ ਇਹ ਚੀਜ਼ ਬਹੁਤ ਜ਼ਰੂਰੀ ਹੈ ਸਮਝਣਾ। ਮੈਂ ਦੇਖੋ ਜੀ 2003 ਤੋਂ ਬਾਅਦ ਮੈਂ ਪ੍ਰੈਕਟਿਸ ਸਟਾਰਟ ਕਰਤੀ। ਫॉर द ਲਾਸਟ 19 ਇਅਰਸ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਡਿਸਟ੍ਰਿਕਟ ਕੋਰਟ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਜੀ। ਔਰ ਪ੍ਰੈਕਟਿਸ ਦੇ ਦੌਰਾਨ ਮੈਂ ਤਾਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਜੁਡੀਸ਼ੀਅਲ ਆਫੀਸਰ ਦੀ ਤਿਆਰੀ ਹਮੇਸ਼ਾ ਕੀਤੀ ਹੈ। ਦੇਖੋ, ਤਿਆਰੀ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਕਿਉਂਕਿ ਤਿਆਰੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਗੋਲ ਕੀ ਹੈ ਜੀ। ਔਰ ਗੋਲ ਨੂੰ ਨਿਰਧਾਰਿਤ ਕਰਨ ਦੇ ਲਈ ਜਿੱਦਾਂ ਸਬਜੈਕਟਸ ਹੁੰਦੇ ਆ, ਲਾਅ ਦੇ ਸਾਡੇ ਸਬਜੈਕਟਸ ਹੈ ਜੀ, ਉਹਨਾਂ ਨੂੰ ਮੈਂ ਡਿਵਾਈਡ ਕਰ ਲੈਂਦਾ ਸੀ ਕਿ ਮੈਂ ਇੰਨੇ ਦਿਨ ਦੇ ਵਿੱਚ ਇਸ ਸਬਜੈਕਟ ਦੀ ਤਿਆਰੀ ਕਰਨੀ ਹੈ ਜੀ, ਉਸ ਤੋਂ ਬਾਅਦ ਇਹ ਸਬਜੈਕਟ ਦੀ ਤਿਆਰੀ ਕਰਨੀ ਹੈ, ਨਾਲ ਕੁਝ ਜਨਰਲ ਨੌਲੇਜ ਦੇ ਟੌਪਿਕਸ ਹੈ, ਐਸੇ ਰਾਈਟਿੰਗਸ ਹੈ, ਜਜਮੈਂਟ ਰਾਈਟਿੰਗਸ ਹੈ, ਉਹ ਸਾਰਿਆਂ ਦਾ ਇੱਕ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਔਰ ਆਪਣਾ IQ ਬਣਾਉਣਾ ਪੈਂਦਾ ਹੈ। ਅੱਛੀਆਂ ਬੁੱਕਸ, ਅੱਛੇ ਆਥਰਸ ਔਰ ਅੱਜ ਕੱਲ੍ਹ ਸਭ ਤੋਂ ਇੰਪੋਰਟੈਂਟ ਇਹ ਹੈ ਕਿਉਂਕਿ ਜਿਹੜੇ ਜੁਡੀਸ਼ੀਅਲ ਐਗਜ਼ਾਮੀਨੇਸ਼ਨ ਅੱਜ ਕੱਲ੍ਹ ਜ਼ਿਆਦਾ ਆ ਰਿਹਾ ਵਾ, ਉਹਦੇ ਵਿੱਚ ਇਹ ਧਿਆਨ ਹੈ ਕਿ ਹਾਈ ਕੋਰਟ ਦੀਆਂ, ਸੁਪਰੀਮ ਕੋਰਟ ਦੀਆਂ ਜਿਹੜੀਆਂ ਜਜਮੈਂਟਸ ਹੈ ਉਹ ਜਜਮੈਂਟਸ ਬੇਸਡ ਐਗਜ਼ਾਮ ਹੈ। ਸੋ ਮੈਂ ਸਾਰੇ ਜਿਹੜੇ ਐਸਪਾਇਰੈਂਟਸ ਹੈ ਉਹਨਾਂ ਨੂੰ ਕਹੂੰਗਾ ਔਰ ਇਹੀ ਮੈਂ ਐਡਵਾਈਸ ਦਊਂਗਾ ਜਾਂ ਰਿਕੁਐਸਟ ਵੀ ਕਰਾਂਗਾ ਆਪਣੇ ਸਾਰੇ ਭਰਾਵਾਂ ਨੂੰ ਜਾਂ ਭੈਣਾਂ ਨੂੰ ਕਿ ਉਹ ਬੇਸਿਕਲੀ ਜਿਹੜੀਆਂ ਕਿ ਲਾਈਵ ਲਾਅ ਹੈ ਉਹਨੂੰ ਦੇਖਣ ਔਰ ਰੀਸੈਂਟ ਜਿਹੜੇ ਜਿੱਦਾਂ ਅੱਜ 2022 ਚੱਲਦਾ ਵਾ, 2020, 2021 ਔਰ 2022 ਦੀਆਂ ਜਿਹੜੀਆਂ ਸੁਪਰੀਮ ਕੋਰਟ ਦੀਆਂ ਲੈਂਡਮਾਰਕ ਜਜਮੈਂਟਸ ਆ ਰਹੀਆਂ ਹੈ ਉਹਨਾਂ ਨੂੰ ਜ਼ਰੂਰ ਸਟੱਡੀ ਕਰਨ ਔਰ ਜਿਹੜੀਆਂ ਪ੍ਰੀਵੀਅਸ ਲੈਂਡਮਾਰਕ ਜਜਮੈਂਟਸ ਹੈ ਮਾਨਯੋਗ ਸੁਪਰੀਮ ਕੋਰਟ ਦੀਆਂ ਉਹਨਾਂ ਨੂੰ ਜ਼ਰੂਰ ਸਟੱਡੀ ਕਰਨ, ਕਿਉਂਕਿ ਜਦ ਤੱਕ ਉਹਨਾਂ ਨੂੰ ਜਜਮੈਂਟਸ ਨਹੀਂ ਪਤਾ ਹੋਊਗੀਆਂ ਉਹਨਾਂ ਦੇ ਕੁਐਸਚਨਸ ਜਿਹੜੇ ਹੈਗੇ ਆ ਉਹ ਸੋਲਵ ਨਹੀਂ ਕਰ ਸਕਦੇ। ਔਰ ਨਾਲ ਦੀ ਨਾਲ ਅੱਛੀਆਂ ਟੈਕਸਟ ਬੁੱਕਸ ਔਰ ਹਾਂ ਬੇਅਰ ਐਕਟ ਤਾਂ ਜ਼ਰੂਰ ਅੱਛੀ ਤਰ੍ਹਾਂ ਨਾਲ ਪੜ੍ਹਨ ਔਰ ਬੇਅਰ ਐਕਟ ਤੱਕ ਉਹਨਾਂ ਨੂੰ ਇੱਥੇ ਤੱਕ ਵੀ ਪੜ੍ਹਨਾ ਚਾਹੀਦਾ ਹੈ ਕਿੱਥੇ ਸ਼ੈਲ ਲਿਖਿਆ ਹੈ, ਕਿੱਥੇ ਮੇ ਲਿਖਿਆ ਹੈ, ਕਿੱਥੇ ਕਨਕਲੂਸਿਵ ਲਿਖਿਆ ਹੈ, ਕਿਉਂਕਿ ਇਹਨਾਂ ਨਾਲ ਉਹਨਾਂ ਦੀ ਜਿਹੜੀ ਲਾਅ ਦੀ ਔਰ ਲੀਗਲ ਦੀ ਜਾਣਕਾਰੀ ਬਹੁਤ ਵਧੇਗੀ। ਸਰ, ਜਿਵੇਂ
ਇੱਕ ਐਡਵੋਕੇਟ ਵਜੋਂ ਤੁਸੀਂ ਆਪਣਾ ਪ੍ਰੋਫੈਸ਼ਨ ਸ਼ੁਰੂ ਕੀਤਾ, ਕੋਰਟ ਦੇ ਵਿੱਚ ਡਿਫਰੈਂਟ ਕੇਸਿਸ ਦੇ ਡਿਫਰੈਂਟ ਤਰ੍ਹਾਂ ਦੇ ਲੋਕ ਜਿਹੜੇ ਤੁਹਾਡੇ ਸੰਪਰਕ ਦੇ ਵਿੱਚ ਆਏ ਤੇ ਬਹੁਤ ਤੇਰੇ ਦਾ ਤੇ ਜਦੋਂ ਅਕਸਰ ਦੇਖਿਆ ਜਾਂਦਾ ਜਦੋਂ ਲਾਈਫ ਸਟਾਈਲ ਆ ਜੱਜ ਬਣਨ ਦੇ ਨਾਲ ਇੱਕ ਉਹ ਜੱਜ ਵੀ ਉਹ ਤੋਂ ਐਡੀਸ਼ਨਲ ਸੈਸ਼ਨ ਜੱਜ ਜਿਹੜਾ ਬਹੁਤ ਸਟੈਪਸ ਬੇਸ ਪੱਦੇ ਆ ਤੇ ਇੱਕ ਲਾਈਫ ਸਟਾਈਲ ਵੀ ਚੇਂਜ ਹੋ ਜਾਂਦਾ ਤੇ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਤੁਸੀਂ ਇਸ ਚੀਜ਼ ਨੂੰ ਜਿਵੇਂ ਇੱਕ ਐਜ਼ ਏ ਐਡਵੋਕੇਟ ਤੋਂ ਜੱਜ ਦਾ ਸਫ਼ਰ ਤੇ ਉੱਥੇ ਆ ਕੇ ਲਾਈਫ ਸਟਾਈਲ ਕਿਉਂਕਿ ਤੁਹਾਡਾ ਦੇਖਿਆ ਸੀ ਗੁਫ਼ਤਗੂ ਦੇ ਨਾਲ ਬੜਾ ਬੇਬਾਕ ਤੁਹਾਡਾ ਤੇ ਉਹਦੇ ਵਿੱਚ ਤੁਹਾਨੂੰ ਕਿੰਨਾ ਕਿਉਂਕਿ ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਹਾਂ ਜੀ ਕਿ ਜੁਡੀਸ਼ੀਅਲ ਸਰਵਿਸ ਪ੍ਰੈਪਰੇਸ਼ਨ ਦੇ ਲਈ ਜੀ ਤੁਹਾਡਾ ਇੱਕ ਮਾਈਂਡ ਸੈਟਅਪ ਹੋਣਾ ਚਾਹੀਦਾ ਹੈ ਜੀ ਕਦੀ ਤੁਸੀਂ ਹਾਰ ਨਹੀਂ ਮੰਨੀ ਕਿ ਮੇਰਾ ਇਸ ਵਾਰੀ ਕਲੀਅਰ ਨਹੀਂ ਹੋਇਆ ਜੀ ਕਿਉਂਕਿ ਮੇਰਾ ਵੀ ਕੋਈ ਪਹਿਲੀ ਵਾਰੀ ਇਦਾਂ ਨਹੀਂ ਸੀ ਕਿ ਮੈਂ ਫਸਟ ਟਾਈਮ ਐਗਜ਼ਾਮ ਦਿੱਤਾ ਤਾਂ ਮੇਰਾ ਕਲੀਅਰ ਹੋ ਗਿਆ ਠੀਕ ਹੈ ਜੀ ਕਿੰਗ ਬਰੂਸ ਐਂਡ ਸਪਾਈਡਰ ਦੀ ਕਹਾਣੀ ਹੈ ਜੀ ਕਿ ਉਹ ਬਾਰ-ਬਾਰ ਉਹ ਹਾਰਦੀ ਹੈ ਲੇਕਿਨ ਐਂਡ ਵਿੱਚ ਜਿੱਤ ਜਾਂਦੀ ਹੈ ਜੀ ਇਨਸਾਨ ਨੂੰ ਕਦੀ ਵੀ ਹੋਪ ਨਹੀਂ ਛੱਡਣੀ ਚਾਹੀਦੀ ਔਰ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀ ਕਿ ਮੇਰਾ ਇੱਕੋ ਹੀ ਮੰਤਵ ਹੈ ਐਂਬੀਸ਼ਨ ਹੈ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ ਔਰ ਪ੍ਰਮਾਤਮਾ ਦੀ ਦਇਆ ਨਾਲ ਮੇਰੀ ਸਟੱਡੀ ਦੇ ਨਾਲ ਮੈਂ ਇਸ ਨੂੰ ਮੁਕਾਮ ਨੂੰ ਹਾਸਲ ਕੀਤਾ ਸੋ ਇਸ ਕਰਕੇ ਮੈਂ ਐਡਵੋਕੇਟ ਤੋਂ ਅਗਰ ਐਡੀਸ਼ਨਲ ਸੈਸ਼ਨ ਜੱਜ ਦੀ ਹੁਣ ਜਿੱਦਾਂ ਮੈਂ ਪੋਸਟ ਤੇ ਜਾ ਰਿਹਾ ਹਾਂ ਜੀ ਤਾਂ ਮੈਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਕੀ ਚੈਲੰਜਸ ਆਉਂਦੇ ਹਨ ਇਹਦੇ ਵਿੱਚ ਕੀ ਸਾਡੇ ਦਾਇਤਵ ਹਨ ਆਪਾਂ ਇਨਸਾਫ ਕਿੱਦਾਂ ਪ੍ਰੋਵਾਈਡ ਕਰਨਾ ਹੈ ਬਾਕੀ ਮਾਨਯੋਗ ਹਾਈ ਕੋਰਟ ਦੇ ਜਿੱਦਾਂ ਵੀ ਗਾਈਡਲਾਈਨਸ ਹੋਣਗੀਆਂ ਉਹਨਾਂ ਨੂੰ ਫੋਲੋ ਕਰਕੇ ਉਹ ਸਾਨੂੰ ਸਾਰਾ ਕੁਝ ਅੱਗੇ ਫਰਦਰ ਦੱਸਣਗੇ ਸਾਨੂੰ ਤਿਆਰ ਕਰਵਾਉਣਗੇ ਔਰ ਉਹਨਾਂ ਦੀ ਗਾਈਡਲਾਈਨਸ ਦੇ ਹੇਠਾਂ ਤੇ ਮੈਂ ਅੱਛੀ ਤਰ੍ਹਾਂ ਦੇ ਨਾਲ ਪੂਰਾ ਯਤਨ ਕਰੂੰਗਾ ਕਿ ਹਰ ਇੱਕ ਇਨਸਾਨ ਨੂੰ ਮੈਂ ਇਨਸਾਫ ਦੇਵਾਂ ਨਿਰਪੱਖ ਤਰੀਕੇ ਨਾਲ ਦੇਵਾਂ ਹਾਂ ਬਹੁਤ ਬਹੁਤ ਧੰਨਵਾਦ ਜੱਜ ਸਾਹਿਬ ਤੁਸੀਂ ਸਾਡੇ ਲੋਕਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਬਹੁਤ ਸਾਰੀ ਇੱਛਾ ਰੱਖਦੇ ਆ ਬਹੁਤ ਸਾਰੀ ਐਜੂਕੇਟਡ ਵਿਅਕਤੀ ਆ ਉਹ ਵੀ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਕੋਈ ਬਰੀਫ ਦੇ ਵਿੱਚ ਉਹਨਾਂ ਨੂੰ ਕੋਈ ਮੈਸੇਜ ਭੇਜ ਜਿਵੇਂ ਤੁਸੀਂ ਦੱਸਿਆ ਵੀ ਕੋਈ ਵੀ ਕਿਸ ਤਰ੍ਹਾਂ ਦੀ ਤਿਆਰੀ ਕਿਸੇ ਹੋਰ ਲਾਈਨ 'ਚ ਵੀ ਜਾਣਾ ਚਾਹੁੰਦੇ ਆ ਦੇਖੋ ਜੁਡੀਸ਼ਰੀ ਲਈ ਜਾਂ ਕਿਸੇ ਵੀ ਲਾਈਨ ਤੇ ਜਾਣ ਲਈ ਹਾਂ ਇਹ ਬੜੀ ਗੱਲ ਜ਼ਰੂਰੀ ਹੈ ਜਿਹੜੀ ਇੱਕ ਰਹਿ ਗਈ ਸੀ ਜੀ ਉਹ ਇਹ ਹੈ ਕਿ ਕਿਸੇ ਵੀ ਲਾਈਨ ਦੇ ਵਿੱਚ ਜਾਣ ਲਈ ਤੁਹਾਡਾ ਜਿਹੜਾ ਟਾਰਗੇਟ ਹੈ ਉਹ ਸੈਟਅਪ ਹੋਣਾ ਚਾਹੀਦਾ ਹੈ ਦੇਖੋ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਜਿੱਦਾਂ ਆਪਣੀ ਐਗਜ਼ਾਮਪਲ ਦੇਣਾ ਕਿਉਂਕਿ ਮੈਂ ਇੱਕ ਪ੍ਰੈਕਟਾਈਜ਼ਿੰਗ ਲਾਇਰ ਸੀ ਜੀ ਔਰ ਪ੍ਰੈਕਟਾਈਜ਼ਿੰਗ ਲਾਇਰ ਲਈ ਆਪਣੀ ਪ੍ਰੈਕਟਿਸ ਵੀ ਇੰਪੋਰਟੈਂਟ ਹੈ ਜੀ ਔਰ ਫਿਰ ਦੇਖੋ ਮੈਂ ਮੈਰਿਡ ਹੈ ਫੈਮਿਲੀ ਲਾਈਫ ਵੀ ਹੁੰਦੀ ਹੈ ਮੈਂ ਇੱਕ ਸਿਸਟਮ ਰੱਖਿਆ ਸੀ ਪੜ੍ਹਾਈ ਦਾ ਇਹ ਗੱਲ ਬਹੁਤ ਜ਼ਰੂਰੀ ਹੈ ਦੱਸਣੀ ਦਰਸ਼ਕਾਂ ਨੂੰ ਉਹ ਇਹ ਸੀ ਕਿ ਮੈਂ ਆਪਣਾ ਸਾਰਾ ਕੰਮ ਕਰਕੇ ਫੈਮਿਲੀ ਲਾਈਫ ਵੀ ਦੇਖ ਕੇ ਫਿਰ ਮੈਂ ਸ਼ਾਮੀ ਆ ਕੇ 2 ਘੰਟੇ ਜ਼ਰੂਰ ਸੌਂਦਾ ਸੀ ਉਹਦੇ ਨਾਲ ਕੀ ਹੈ ਕਿ ਮੈਨੂੰ ਦੁਬਾਰਾ એનર્ਜੀ ਪ੍ਰੋਵਾਈਡ ਹੋ ਜਾਂਦੀ ਸੀ ਔਰ 10 ਤੋਂ ਲੈ ਕੇ ਰਾਤੀ ਫਿਰ 3 ਵਜੇ ਤੱਕ ਮੈਂ ਆਪਣੀ ਪੜ੍ਹਾਈ ਨੂੰ ਡਿਵਾਈਡ ਕਰਦਾ ਸੀ ਜੀ ਔਰ ਇਸ ਦੌਰਾਨ ਮੈਂ 30 ਮਿੰਟ ਦੇ ਪੀਰੀਅਡਸ ਲਗਾਉਂਦਾ ਸੀ ਮੈਂ ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਸਮਝੂੰਗਾ ਕਿ ਇਹ ਨਹੀਂ ਹੈ ਕਿ ਤੁਸੀਂ 2-2 ਘੰਟੇ ਇਕੱਠੇ ਪੜ੍ਹਨਾ ਹੈ ਤੁਸੀਂ 30 ਮਿੰਟਸ ਦੇ ਪੀਰੀਅਡ ਲਗਾਓ ਠੀਕ ਹੈ ਜੀ ਜਿੱਦਾਂ ਮੰਨ ਲਓ ਤੁਸੀਂ ਸੀਪੀਸੀ ਚੱਕੀ ਹੈ ਤੁਸੀਂ ਟਾਰਗੇਟ ਰੱਖਿਆ ਹੈ ਕਿ ਸੀਪੀਸੀ ਪੜ੍ਹਨੀ ਹੈ ਟੌਪਿਕ ਹੈ ਰੈਸ ਜੁਡੀਕੇਟਾ ਟੌਪਿਕ ਹੈ ਰੈਸ ਸਬ ਜੁਡੀਸ ਟੌਪਿਕ ਹੈ ਰੈਸਟੀਟਿਊਸ਼ਨ ਠੀਕ ਹੈ ਜੀ ਤਾਂ ਤੁਸੀਂ ਉਹ ਟੌਪਿਕਸ ਨੂੰ ਇਹ ਟਾਰਗੇਟ ਰੱਖੋ ਕਿ ਮੈਂ ਅੱਧੇ ਘੰਟੇ ਦੇ ਵਿੱਚ ਇਹ ਪਲੱਸ ਇੱਕ ਲੈਂਡਮਾਰਕ ਸਾਈਟੇਸ਼ਨ ਪਲੱਸ ਇੱਕ ਨਿਊ ਸਾਈਟੇਸ਼ਨ ਕੋਈ ਲਾਈਵ ਲਾਅ ਦੀ ਜਾਂ ਕੋਈ ਵੀ ਨਿਊ ਸਾਈਟੇਸ਼ਨ ਆਂਦੀ ਆ ਉਹਨੂੰ ਮੈਂ ਲਿਖ ਲਵਾਂ ਥੋੜਾ ਜਿਹਾ ਤਾਂ ਉਹਨੂੰ ਮੈਂ ਅੱਛੀ ਤਰ੍ਹਾਂ ਨਾਲ ਸਮਝ ਲਵਾਂ ਔਰ ਕੁਝ ਜਿਹੜੀ ਚੀਜ਼ ਹੈ ਜਿਹਨੂੰ ਕ੍ਰੈਮ ਕਰਨ ਦੀ ਲੋੜ ਹੈ ਕੁਝ ਟੌਪਿਕਸ ਨੂੰ ਕ੍ਰੈਮ ਵੀ ਕਰਨਾ ਪਏਗਾ ਸਮਝਣਾ ਵੀ ਪਏਗਾ ਔਰ ਆਪਣਾ ਇੱਕ ਟਾਰਗੇਟ ਬਣਾ ਕੇ ਚੱਲਣਾ ਹੈ ਅੱਧੇ ਘੰਟੇ ਦੇ ਪੀਰੀਅਡ ਤੋਂ ਬਾਅਦ ਤੁਸੀਂ 10-15 ਮਿੰਟ ਦੀ ਰੈਸਟ ਕਰ ਸਕਦੇ ਹੋ ਵਿੱਚ ਤੁਸੀਂ ਆਪਣੀ ਰਿਫਰੈਸ਼ਮੈਂਟ ਲੈ ਸਕਦੇ ਹੋ ਫਰੂਟ ਖਾ ਸਕਦੇ ਜੂਸ ਪੀ ਲਓ ਚਾਹ ਪੀ ਲਓ ਔਰ ਫਿਰ ਤੁਸੀਂ ਦੁਬਾਰਾ ਪੜ੍ਹਾਈ ਵਿੱਚ ਲੱਗ ਜਾਓ ਔਰ ਪੜ੍ਹਾਈ ਨੂੰ ਜਦੋਂ ਵੀ ਕਰਨਾ ਹੈ ਬਿਲਕੁਲ 100% ਤੁਹਾਡੀ ਕਨਸੈਂਟਰੇਸ਼ਨ ਪੜ੍ਹਾਈ ਤੇ ਹੀ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਕੋਈ ਟੌਪਿਕ ਨਹੀਂ ਸਮਝ ਆ ਰਿਹਾ ਤਾਂ ਉਹਨੂੰ ਕਿਸੇ ਨਾਲ ਤੁਸੀਂ ਕੰਸਲਟ ਕਰੋ ਜਾਂ ਫਿਰ ਤੁਸੀਂ ਉਹਦੇ ਤੇ ਲੈਂਡਮਾਰਕ ਜਜਮੈਂਟ ਪੜ੍ਹੋ ਰੀਸੈਂਟ ਜਜਮੈਂਟ ਪੜ੍ਹੋ ਪਰ ਜਦ ਤੱਕ ਤੁਹਾਡਾ ਉਹ ਟੌਪਿਕ ਨਹੀਂ ਕਲੀਅਰ ਹੁੰਦਾ ਤੁਸੀਂ ਅਗਲੇ ਟੌਪਿਕ ਤੇ ਪਲੀਜ਼ ਨਾ ਚੱਲੋ ਨਹੀਂ ਤਾਂ ਤੁਹਾਡਾ ਉਹ ਟੌਪਿਕ ਖਰਾਬ ਹੋ ਜਾਏਗਾ ਔਰ ਅੱਛੀ ਤਰ੍ਹਾਂ ਦੇ ਨਾਲ ਸਮਝ ਕੇ ਤਿਆਰੀ ਕਰੋ ਔਰ ਮੈਨੂੰ ਯਕੀਨ ਹੈ ਜਿਹੜੇ ਵੀ ਐਸਪੀਰੈਂਟਸ ਹੈ ਇੱਕ ਲਾਸਟ ਮੈਂ ਗੱਲ ਕਹੂੰਗਾ ਕਦੀ ਵੀ ਤੁਸੀਂ ਹੋਪ ਨਹੀਂ ਲੂਜ਼ ਕਰਨੀ ਤੁਸੀਂ ਹਮੇਸ਼ਾ ਪੋਜ਼ਿਟਿਵ એનર્ਜੀ ਰਹਿਣੀ ਹੈ ਐਸਾ ਕੋਈ ਵੀ ਇਨਸਾਨ ਜਿਹੜਾ ਪੈਸੀਮਿਸਟਿਕ ਹੈ ਜਿਹੜਾ ਨੈਗੇਟਿਵ ਗੱਲ ਕਰ ਰਿਹਾ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਇਹ ਤਾਂ ਬੜਾ ਮੁਸ਼ਕਲ ਹੈ ਇਦਾਂ ਦੀ ਕੋਈ ਚੀਜ਼ ਨਹੀਂ ਹੈ ਦੁਨੀਆ ਦੇ ਵਿੱਚ ਜਿਹੜੀ ਮੁਸ਼ਕਲ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੁਡੀਸ਼ੀਅਲ ਸਰਵਿਸ ਇੱਕ ਬੜੀ ਓਨੈਸਟ ਹੈ ਬੜੀ ਇਮਾਨਦਾਰ ਸਰਵਿਸ ਹੈ ਔਰ ਜਿਹੜੇ ਵੀ ਬੱਚੇ ਹੈ ਜਾਂ ਸਟੂਡੈਂਟਸ ਹੈਗੇ ਆ ਜਾਂ ਮੇਰੇ ਭਰਾ ਹੈ ਭੈਣਾਂ ਹੈ ਜਿਹੜੇ ਤਿਆਰੀ ਕਰਦੇ ਆ ਉਹ ਅਗਰ ਅੱਛੇ ਸੱਚੇ ਮਨ ਨਾਲ ਤਿਆਰੀ ਕਰਨਗੇ ਤਾਂ ਉਹਨਾਂ ਨੂੰ ਜ਼ਰੂਰ ਮੁਕਾਮ ਹਾਸਲ ਹੋਏਗਾ ਜਿੱਦਾਂ ਕਿ ਮੈਨੂੰ ਹਾਸਲ ਹੋਇਆ ਹਾਂ ਬਹੁਤ ਬਹੁਤ ਧੰਨਵਾਦ ਜੱਜ ਅਮਿਤ ਕੋਹਲੀ ਜੀ ਤੇ ਤੁਹਾਡੀ ਅਪਾਇੰਟਮੈਂਟ ਤੇ ਵੀ ਤੇ ਜਦੋਂ ਤੁਸੀਂ ਜੁਆਇਨ ਕਰਾਂਗੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਨਿਯੁਕਤੀ ਦੇ ਪੱਤੇ ਨਿਯੁਕਤ ਹੋਏ ਆ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਪੜ੍ਹਾਈ ਕੀਤੀ ਤੇ ਇਸ ਪੜ੍ਹਾਈ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਟਾਈਮ ਟੇਬਲ ਬਣਾਇਆ ਸੰਘਰਸ਼ ਕੀਤਾ ਤੇ ਨਾਲ ਉਹਨਾਂ ਨੇ ਆਪਣੇ ਪੇਰੈਂਟਸ ਦਾ ਸਹਿਯੋਗ ਵੀ ਲਿਆ ਤੇ ਨਾਲ ਆਪਣੇ ਜਿਹੜੇ ਫੈਮਿਲੀ ਦੇ ਜਿਹੜੇ ਕੰਮ ਵੀ ਪੂਰੀ ਤਰ੍ਹਾਂ ਉਹਨਾਂ ਨੂੰ ਬਰਾਬਰ ਰੱਖਿਆ ਸੋ ਸਾਡੀ ਵੀ ਇਹ
ਕੋਸ਼ਿਸ਼ ਰਹੂਗੀ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਦੋਸਤਾਂ ਤੱਕ, ਦਰਸ਼ਕਾਂ ਤੱਕ, ਲੋਕਾਂ ਤੱਕ, ਆਵਾਮ ਤੱਕ ਇਸੇ ਤਰ੍ਹਾਂ ਐਜ ਇਟ ਇਜ਼ ਪਹੁੰਚਾਈਏ, ਤਾਂ ਕਿ ਬਹੁਤ ਸਾਰੇ ਲੋਕ ਜੋ ਇਸ ਮੁਕਾਮ ਤੇ ਪਹੁੰਚਣਾ ਚਾਹੁੰਦੇ ਆ ਜਾਂ ਇਸੇ ਲੈਵਲ ਦੇ ਹੋਰ ਕਿਸੇ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਇਹਨਾਂ ਵੱਲੋਂ ਦੱਸੀ ਗੱਲਬਾਤ ਤੇ ਜ਼ਰੂਰ ਅਸਰ। ਹੁਸ਼ਿਆਰਪੁਰ ਤੋਂ BBC ਪੰਜਾਬ ਲਈ ਦਲਜੀਤ ਅਜਨੋਹਾ।